ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ। ਅੱਜ ਅਸੀਂ ਫਾਦਰ ਸਟੈਨ ਸਵਾਮੀ ਦੇ ਕਤਲ ਬਾਰੇ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ। ਕਤਲ ਮੈਂ ਇਸ ਕਰਕੇ ਕਿਹਾ ਹੈਗਾ ਕਿ ਉਹ ਇੱਕ 84-85 ਸਾਲ ਦੀ ਉਮਰ ਦੇ ਵਿਅਕਤੀ ਸਨ, ਜਿਨ੍ਹਾਂ ਨੂੰ ਜ਼ਬਰਦਸਤੀ ਔਰ ਬਿਨਾਂ ਵਜ੍ਹਾ ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਰੱਖਿਆ ਗਿਆ ਸੀਗਾ, ਸਲਾਖਾਂ ਦੇ ਪਿੱਛੇ ਰੱਖਿਆ ਗਿਆ ਸੀ। ਦੋਸ਼ ਸਾਬਤ ਨਹੀਂ ਕਰ ਸਕੀ ਸਰਕਾਰ, ਔਰ ਉਹਨਾਂ ਨੂੰ ਕਰੋਨਾ ਦੀ ਪ੍ਰੋਬਲਮ ਹੋਣ ਕਰਕੇ ਵੀ ਰਿਹਾ ਨਹੀਂ ਕੀਤਾ ਗਿਆ। ਨਾ ਸਮੇਂ ਦੀ ਸਰਕਾਰ ਇਸ ਗੱਲ ਲਈ ਚਿੰਤਤ ਸੀ ਤੇ ਨਾ ਹੀ ਅਦਾਲਤਾਂ। ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸੋਸ਼ਲ ਐਕਟਿਵਿਸਟ ਜਸਵੀਰ ਮੰਗੂਵਾਲ ਹਾਜ਼ਰ ਨੇ। ਸਤਿ ਸ਼੍ਰੀ ਅਕਾਲ ਜੀ ਜਸਵੀਰ ਜੀ। ਹਾਂਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਵਾਇਸ ਆਫ ਇੰਡੀਆ ਦੇ ਸਾਰੇ ਸਰੋਤਿਆਂ ਦਾ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਸਵੀਰ ਜੀ, ਫਾਦਰ ਸਟੈਨ ਸਵਾਮੀ ਜਿਨ੍ਹਾਂ ਦੀ ਚਰਚਾ, ਜਿਨ੍ਹਾਂ ਦੇ ਕਤਲ ਦੀ ਚਰਚਾ, ਜਿਨ੍ਹਾਂ ਦੀ ਡੈਥ ਦੀ ਚਰਚਾ ਜਿਹੜੀ ਆ ਉਹ ਪੂਰੇ ਸੰਸਾਰ ਦੇ ਵਿੱਚ ਹੋਈ ਆ, ਔਰ ਜਿੰਨੀਆਂ ਵੀ ਅਗਾਂਹ-ਵਧੂ ਸ਼ਕਤੀਆਂ ਹੈਗੀਆਂ, ਅਗਾਂਹ-ਵਧੂ ਜਥੇਬੰਦੀਆਂ ਹੈਗੀਆਂ, ਭਾਵੇਂ ਉਹ ਨਾਰਥ ਅਮਰੀਕਾ 'ਚ ਹੈ, ਭਾਵੇਂ ਯੂਰਪ ਵਿੱਚ ਹੈ, ਇੰਡੀਆ ਵਿੱਚ ਹੈ ਜਾਂ ਕਿਸੇ ਹੋਰ ਕੰਟਰੀ 'ਚ ਹੈ, ਉਹਨਾਂ ਸਾਰਿਆਂ ਨੇ ਇਸ ਗੱਲ ਦੀ ਵੱਡੇ ਪੱਧਰ ਤੇ ਨਿਖੇਧੀ ਕੀਤੀ ਹੈ, ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰਾਂ ਕਿਵੇਂ ਉਹਨਾਂ ਲੋਕਾਂ ਨੂੰ, ਜਿਨ੍ਹਾਂ ਨੇ ਇਸ ਸਮਾਜ ਨੂੰ ਬਦਲਣ ਦਾ ਬੀੜਾ ਚੁੱਕਿਆ ਸੀ, ਉਹਨਾਂ ਨੂੰ ਕਿਵੇਂ 1 ਬਾਈ 1 ਖਤਮ ਕਰਨ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੀ ਹੈ। ਬਹੁਤ ਸਾਰੇ ਲੋਕ ਅਜੇ ਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੰਦ ਨੇ। ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀਤੀ ਹੋਈ ਹੈ। ਜੇ ਕੋਈ ਆਵਾਜ਼ ਸਰਕਾਰ ਦੇ ਖਿਲਾਫ ਚੁੱਕਦਾ, ਸਰਕਾਰ ਦੇ ਕੰਮਾਂ ਦੇ ਖਿਲਾਫ ਚੁੱਕਦਾ ਕਿ ਇਹ ਤੁਹਾਡਾ ਕੰਮ ਠੀਕ ਨਹੀਂ ਹੈ, ਤੇ ਉਹਨੂੰ ਸਰਕਾਰ ਦੀ ਵਿਰੋਧਤਾ ਹੀ ਨਹੀਂ ਕਿਹਾ ਜਾਂਦਾ, ਸਗੋਂ ਦੇਸ਼ ਦੀ ਵਿਰੋਧਤਾ ਕਿਹਾ ਜਾਂਦਾ। ਦੇਸ਼ ਧਰੋਹ ਦੇ ਮੁਕੱਦਮੇ UAPA ਜਿਹੜੇ ਆ ਉਹ ਜਿਹੜੇ ਦਰਜ ਕਰ ਲਏ ਜਾਂਦੇ ਆ, ਜਿਹਦੇ 'ਚ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਇਹ ਸਾਰਾ ਕੁਝ ਹੁੰਦਾ ਸੀ। ਅਸੀਂ ਸੁਣਦੇ ਹੁੰਦੇ ਸੀਗੇ ਕਿ ਇੰਦਰਾ ਦਾ ਰਾਜ ਜਿਹੜਾ ਸੀ ਉਹ ਫਾਸ਼ੀਵਾਦ ਦੀ ਸਮਾਂ ਸੀ, ਐਮਰਜੈਂਸੀ ਵੀ ਅਸੀਂ ਵੇਖੀ। ਉਸ ਤੋਂ ਬਾਅਦ ਇਹ ਬੜੇ ਲੰਮੇ ਸਮੇਂ ਤੋਂ ਬਾਅਦ ਸਾਨੂੰ ਇਹ ਸਮਝ ਆਉਣ ਲੱਗ ਪਈ ਕਿ ਮੌਜੂਦਾ ਸਰਕਾਰ ਜਿਹੜੀ ਆ ਉਹ ਇੰਦਰਾ ਨਾਲੋਂ ਵੀ ਵੱਧ ਫਾਸ਼ੀ ਜਿਹੜੀ ਆ ਉਹ ਫਾਸ਼ੀਵਾਦ ਦਾ ਸ਼ਿਕਾਰ ਹੈ, ਔਰ ਉਦੋਂ ਵੱਧ ਜ਼ੁਲਮ ਲੋਕਾਂ ਤੇ ਕਰ ਰਹੀ ਹੈ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ, ਜਿਹੜੇ ਇਸ ਫਾਸ਼ੀਵਾਦ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਦੀ ਹੈ। ਉਹਨਾਂ ਦੇ ਮੁਕੱਦਮੇ ਬਣਾਏ ਜਾਂਦੇ ਆ, ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ। ਇਹ ਫਾਦਰ ਸਟੈਨ ਸਵਾਮੀ ਨੂੰ ਕਿਹੜੇ ਮੁਕੱਦਮੇ ਦੇ ਵਿੱਚ ਜਿਹੜਾ ਸੀ ਜੇਲ੍ਹ 'ਚ ਬੰਦ ਕੀਤਾ ਗਿਆ ਸੀ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੀ ਹਾਂ, ਸਟੈਨ ਸਵਾਮੀ ਜੀ ਨੂੰ, ਕਿਉਂਕਿ ਉਹਨਾਂ ਦਾ ਕਤਲ ਹੋਇਆ, ਸੰਸਥਾਗਤ ਕਤਲ ਹੋਇਆ। ਬਿਲਕੁਲ। ਤੇ ਦੂਸਰਾ ਹੈਗਾ ਆ ਵੀ ਉਹਨਾਂ ਤੇ ਭੀਮਾ ਕੋਰੇਗਾਂਵ ਕੇਸ ਜਿਹੜਾ ਹੈਗਾ ਆ, ਬੁੱਧੀਜੀਵੀਆਂ 20 ਬੁੱਧੀਜੀਵੀਆਂ ਤੇ ਇਹ ਲਗਭਗ ਕੇਸ ਪਿਆ ਆ, ਤੇ ਇੱਕ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜ਼ਿਸ਼ ਦੇ ਅਧੀਨ। ਜਦ ਕਿ ਸਟੈਨ ਸਵਾਮੀ ਜੀ ਦਾ ਕਹਿਣਾ ਸੀ ਕਿ ਉਹ ਕਦੇ ਭੀਮਾ ਕੋਰੇਗਾਂਵ ਗਏ ਹੀ ਨਹੀਂ। ਜੇ ਹੁਣ ਅਸੀਂ ਭੀਮਾ ਕੋਰੇਗਾਂਵ ਕੇਸ ਦੀ ਗੱਲ ਕਰੀਏ, ਉਹਦੇ ਵਿੱਚ ਜਿੰਨੇ ਵੀ ਬੁੱਧੀਜੀਵੀ ਫਸਾਏ ਗਏ ਆ, ਚਾਹੇ ਉਹ ਸੁਧਾ ਭਾਰਦਵਾਜ ਹੋਵੇ, ਚਾਹੇ ਗੌਤਮ ਨੌਲੱਖਾ ਹੋਵੇ, ਤੇ ਜਾਂ ਹੋਰ ਜਿਹੜੇ ਵੀ ਉਹਨਾਂ ਦੇ ਸਾਥੀ ਹੈਗੇ ਆ, ਉਹਨਾਂ ਦੇ ਵਿੱਚੋਂ ਕੋਈ ਵੀ ਭੀਮਾ ਕੋਰੇਗਾਂਵ ਜਿਹੜਾ ਹੋਇਆ ਸੀ ਉਹਦੇ ਵਿੱਚ ਨਹੀਂ ਗਏ ਸੀ। ਉਹ ਜਿਹੜਾ ਭੀਮਾ ਕੋਰੇਗਾਂਵ ਸੀਗਾ ਉਹ ਇੱਕ ਡਿਫਰੈਂਟ ਇਸ਼ੂ ਸੀ। ਉਹ 2 ਜਿਹੜੇ ਰਿਟਾਇਰ ਜੱਜ ਸੀਗੇ, ਉਹਨਾਂ ਨੇ ਕੀਤਾ ਸੀ, ਔਰ ਉਹਨਾਂ ਨੇ ਵੱਖ-ਵੱਖ ਸਮਿਆਂ ਤੇ ਅਖਬਾਰਾਂ ਦੇ ਵਿੱਚ ਬਿਆਨ ਵੀ ਦਿੱਤੇ ਕਿ ਅਸੀਂ ਕਰਵਾਇਆ, ਇਹਨਾਂ ਸਾਥੀਆਂ ਦਾ, ਇਹਨਾਂ ਲੋਕਾਂ ਦਾ ਕੋਈ ਵੀ ਰੋਲ ਨਹੀਂ। ਉਹਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਸੀ, ਉਹਦੇ ਵਿੱਚ ਕਬੀਰ ਕਲਾ ਮੰਚ ਦੇ ਜਿਹੜੇ ਹੈਗੇ ਉਹ ਗਏ ਸੀ ਬੋਲਣ ਲਈ, ਉੱਥੇ ਉਮਰ ਖਾਲਦ ਗਏ ਸੀ, ਪਰ ਉਹ ਜਿਹੜੇ ਬਾਕੀ ਲੋਕ ਹੈਗੇ ਆ ਉਹਨਾਂ ਤੇ ਇਹ ਕੇਸ ਨਹੀਂ ਪਾਇਆ। ਤੇ ਜਿਹੜੇ ਵੀ ਬੁੱਧੀਜੀਵੀ ਸੀ, ਜਿੱਦਾਂ ਸਟੈਨ ਸਵਾਮੀ ਹੋਣਾ ਤੇ ਇਹ ਕੇਸ ਪਾ ਕੇ, ਤੇ ਉਹਨਾਂ ਦੇ ਸਿਸਟਮ ਦੇ ਵਿੱਚ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਦੇ ਕੰਪਿਊਟਰ ਸਿਸਟਮ ਦੇ ਵਿੱਚ ਮਤਲਬ ਕਿ ਕੁਛ ਏਦਾਂ ਦੇ ਡਾਕੂਮੈਂਟ ਐਡ ਕਰ ਦਿੱਤੇ ਜਿਹਦੇ ਰਾਹੀਂ ਉਹਨਾਂ ਤੇ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਸਾਜ਼ਿਸ਼ ਦੇ ਅਧੀਨ ਵੀ ਜਿਹੜਾ ਹੈਗਾ ਆ ਉਹ ਕੇਸ ਪਾਇਆ ਗਿਆ। ਸੋ ਜੇ ਅਸੀਂ ਗੱਲ ਕਰੀਏ ਵੀ ਉਹ ਕਿਹੋ ਜਿਹੇ ਵਿਅਕਤੀ ਸੀਗੇ,
ਸਟੇਨ ਸਵਾਮੀ ਜੀ ਦਾ ਜਨਮ ਜਿਹੜਾ 26 ਅਪ੍ਰੈਲ 1937 ਨੂੰ ਤਾਮਿਲਨਾਡੂ ਦੇ ਵਿੱਚ ਹੋਇਆ ਸੀ। ਉਹਨਾਂ ਨੇ ਸਮਾਜ ਵਿਗਿਆਨ ਦੀ ਜਿਹੜੀ ਪੜ੍ਹਾਈ ਆ ਉਹ ਉਹਨਾਂ ਨੇ ਬੈਲਜੀਅਮ ਤੇ ਫਿਲੀਪੀਨਸ ਤੋਂ ਕੀਤੀ ਸੀਗੀ। ਤੇ ਫਿਰ ਜਦੋਂ ਉਹ ਇੱਥੇ ਆ ਗਏ ਤੇ ਇੱਥੇ ਆ ਕੇ ਉਹਨਾਂ ਨੇ ਇੰਡੀਅਨ ਸੋਸ਼ਲ ਇੰਸਟੀਚਿਊਟ ਬੰਗਲੌਰ ਦੇ ਵਿੱਚ ਕੰਮ ਕੀਤਾ ਤੇ 10 ਸਾਲ ਉਹਦੇ ਡਾਇਰੈਕਟਰ ਵੀ ਰਹੇ ਤੇ 1990 ਵਿੱਚ ਰਿਟਾਇਰ ਹੋ ਕੇ ਉਹ ਝਾਰਖੰਡ ਆ ਗਏ। ਤੇ ਝਾਰਖੰਡ ਦੇ ਜਿਹੜੇ ਆਦੀਵਾਸੀ ਸੀ, ਜਿਹੜੇ ਦਲਿਤ ਸੀਗੇ, ਉਹਨਾਂ ਦਾ ਜਿਹੜਾ ਬਰਾਬਰੀ ਦਾ, ਭਾਈਚਾਰੇ ਦਾ ਤੇ ਸਰਵਸੰਮਤੀ ਨਾਲ ਫੈਸਲੇ ਕਰਨ ਦਾ ਜਿਹੜੀ ਹੈਗੀ ਸੀ, ਉਹਦੇ ਤੇ ਸਰਕਾਰ ਜਿਹੜੀ ਹੈਗੀ ਆ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡਦੀ, ਉਹਨਾਂ ਦੇ ਕੁਦਰਤੀ ਖਜ਼ਾਨਿਆਂ ਨੂੰ ਖੋਹਣੇ ਲਈ ਉੱਥੇ ਦਾਖਲ ਹੋ ਚੁੱਕੀ ਸੀਗੀ। 1996 ਦੇ ਵਿੱਚ ਜਰੇਨੀਅਮ ਕਾਰਪੋਰੇਸ਼ਨ ਆਫ ਇੰਡੀਆ ਦਾ ਪ੍ਰੋਜੈਕਟ ਲੈ ਕੇ ਆਈ ਸਰਕਾਰ, ਜਿਹਦਾ ਇਹਨਾਂ ਨੇ ਸਟੇਨ ਸਵਾਮੀ ਨੇ ਆਦੀਵਾਸੀ ਲੋਕਾਂ ਦੇ ਨਾਲ ਰਲ ਕੇ ਵਿਰੋਧ ਕੀਤਾ, ਕਿਉਂਕਿ ਉਹ ਜਿਹੜਾ ਪ੍ਰੋਜੈਕਟ ਸੀਗਾ ਉਹ ਝਾਰਖੰਡ ਆਰਗੇਨਾਈਜੇਸ਼ਨ ਅਗੇਂਸਟ ਜਰੇਨੀਅਮ ਰੇਡੀਏਸ਼ਨ ਜਿਹੜਾ ਹੈਗਾ ਉਹ ਬਣਾ ਕੇ ਕੀਤਾ, ਕਿਉਂਕਿ ਉਹਨਾਂ ਦੇ ਨਾਲ ਆਦੀਵਾਸੀ ਲੋਕਾਂ ਦਾ ਜਿਹੜਾ ਉੱਥੋਂ ਉਜਾੜਾ ਹੋਣਾ ਸੀ। ਸੋ ਜਿਹੜੇ ਵਿਕਾਸ ਦੇ ਨਾਂ ਤੇ ਜਿਹੜੇ ਪ੍ਰੋਜੈਕਟ ਆਦੀਵਾਸੀਆਂ ਦੇ ਏਰੀਏ ਵਿੱਚ ਲੈ ਕੇ ਗਈ ਸਰਕਾਰ, ਉਹਨਾਂ ਨੇ ਆਦੀਵਾਸੀਆਂ ਨੇ ਇਹਨਾਂ ਦੇ ਨਾਲ ਕਿ ਸਾਡੀਆਂ ਜ਼ਮੀਨਾਂ ਨੂੰ ਜ਼ਬਰਦਸਤੀ ਜ਼ਮੀਨਾਂ ਦਾ ਉਜਾੜਾ ਕਰਨਾ ਸੀ, ਇਸ ਕਰਕੇ ਉਹਨਾਂ ਨੇ ਵਿਰੋਧ ਕੀਤਾ। ਤੇ ਜਿਹਦੇ ਕਰਕੇ 1996 ਦੇ ਵਿੱਚ ਇੱਕ ਪੇਸਾ ਕਾਨੂੰਨ ਆਇਆ ਸੀ ਜਿਹੜਾ ਕਹਿੰਦਾ ਸੀ ਜਿਹੜੀਆਂ ਉਸ ਏਰੀਏ ਦਾ ਜੰਗਲ ਦਾ ਜਿਹੜਾ ਵੀ ਅਧਿਕਾਰ ਆ ਉਹ ਗ੍ਰਾਮ ਸਭਾਵਾਂ ਦੇ ਕੋਲ ਹੋਣਾ ਚਾਹੀਦਾ। ਜ਼ਮੀਨ ਲੈਣ ਦੀ ਜਿਹੜਾ ਹੈਗਾ ਆ ਉਹਦੇ ਅਧੀਨ ਉਹ ਨਾ ਵੀ ਉਹ ਉੱਥੇ ਆਦੀਵਾਸੀਆਂ ਦੀ ਕੰਸੈਂਟ ਹੋਣੀ ਬਹੁਤ ਜ਼ਰੂਰੀ ਆ। ਮਤਲਬ ਕਿ ਸਟੇਨ ਸਵਾਮੀ ਜਿਹੜੇ ਸੀਗੇ ਉਹ ਆਦੀਵਾਸੀਆਂ ਦੇ ਹੱਕਾਂ ਦੇ ਲਈ ਜੂਝਦੇ ਸੀਗੇ ਕਿ ਉਹਨਾਂ ਨੂੰ ਉਹਨਾਂ ਦੇ ਜਲ ਜੰਗਲ ਦੀ ਜਿਹੜੀ ਹੈਗੀ ਆ ਉਹ ਰਾਖੀ ਲਈ ਲੜਦੇ ਸੀਗੇ, ਹੈਨਾ। ਤੇ ਜਿਹੜੀ ਸਰਕਾਰ ਸੀਗੀ ਉਹ ਖੋਣਾ ਚਾਹੁੰਦੀ ਸੀਗੀ, ਜਿਸ ਕਰਕੇ ਸਰਕਾਰ ਨੇ ਉਹਨਾਂ ਤੇ ਝੂਠੇ ਕੇਸ ਜਿਹੜੇ ਪਾ ਕੇ ਉਹਨਾਂ ਨੂੰ, ਜਿੱਥੇ ਉਹ ਗਏ ਵੀ ਹੈ ਨਹੀਂ, ਭੀਮਾ ਕੋਰੇ ਗਾਂਵ ਗਏ ਵੀ ਹੈ ਨਹੀਂ, ਉਹਨਾਂ ਤੇ ਜਿਹੜਾ ਕੇਸ ਪਾ ਕੇ ਉਹਨਾਂ ਤੇ UAPA ਦਾ ਕੇਸ ਪਾਇਆ, ਦੇਸ਼ ਦੇ ਧਰੋਹ ਦੇ ਜਾਣੀ ਕਿ ਦੇਸ਼ ਧਰੋਹ ਦਾ ਕੇਸ। ਇੱਕ ਬੰਦਾ 83-84 ਸਾਲ ਦਾ ਜਿਹਨੂੰ ਪਾਰਕਿੰਸ ਹੋਈ ਆ ਤੇ ਜਿਹੜਾ ਖਾਂਦਾ ਪੀਂਦੇ ਦੇ ਹੱਥ ਕੰਬਦੇ ਆ, ਜਿਹਨੂੰ ਇਸ ਉਮਰ 'ਚ ਡਿਮੈਂਸ਼ੀਆ ਵੀ ਹੋ ਜਾਂਦਾ ਆ ਤੇ ਕੰਨਾਂ ਤੋਂ ਵੀ ਨਹੀਂ ਸੁਣ ਸਕਦੇ, ਉਹਦੇ ਤੋਂ ਸਾਡੀ ਜਮਹੂਰੀਅਤ ਨੂੰ, ਸਾਡੇ ਦੇਸ਼ ਦੀ ਸ਼ਾਸਕਾਂ ਨੂੰ, ਸਾਡੇ ਦੇਸ਼ ਦੀ ਸਰਕਾਰ ਨੂੰ ਖਤਰਾ ਸੀ, ਜਿਹਦੇ ਕਰਕੇ ਉਹਨੂੰ ਜੇਲ੍ਹ 'ਚ ਸੁੱਟ ਦਿੱਤਾ। ਜਦੋਂ ਉਹਨੂੰ ਜੇਲ੍ਹ 'ਚ ਸੁੱਟਿਆ ਗਿਆ 15 ਘੰਟੇ ਉਹਦੇ ਤੇ ਉਹਨੂੰ ਟੌਰਚਰ ਕੀਤਾ ਗਿਆ, ਇਨਵੈਸਟੀਗੇਟ 15 ਘੰਟੇ ਕੀਤਾ ਗਿਆ ਟੌਰਚਰ ਕਰਕੇ। ਤੇ ਉਹਨਾਂ ਨੇ ਪਾਣੀ ਪੀਣ ਲਈ ਇੱਕ ਸਿੱਪਰ ਤੇ ਕੱਪ ਦੇ ਉਹਦੀ ਪਾਈਪ ਦੀ ਮੰਗ ਕੀਤੀ, ਉਹਦੇ ਦੇਣੇ ਲਈ ਵੀ ਜਾਣੀ ਕਿ ਜਿਹੜੀ ਹੈ ਸਰਕਾਰ ਉਹ ਆਨਾਕਾਨੀ ਕਰਦੀ ਰਹੀ। ਇੱਥੋਂ ਤੱਕ ਕਿ ਉਹਨਾਂ ਨੂੰ ਜਦੋਂ ਕਰੋਨਾ ਵੀ ਹੋਇਆ ਉਹਨਾਂ ਦਾ ਟੈਸਟ ਨਹੀਂ ਕਰਾਇਆ ਗਿਆ, ਉਹਨਾਂ ਦੇ ਵੈਕਸੀਨ ਨਹੀਂ ਲਾਈ ਗਈ। ਇੱਕ ਤਰ੍ਹਾਂ ਦਾ ਸਰਕਾਰ ਜਿਹੜੀ ਹੈਗੀ ਆ ਉਹਨਾਂ ਨੇ ਇਹਨਾਂ ਦਾ ਕਤਲ ਕੀਤਾ, ਉਸ ਵਿਅਕਤੀ ਦਾ ਜਿਹੜਾ 50 ਸਾਲ ਆਦੀਵਾਸੀਆਂ ਦੇ ਹੱਕਾਂ ਲਈ ਲੜਦਾ ਰਿਹਾ। ਸਿਆਸੀ ਕਤਲ ਹੈ ਉਹਨਾਂ ਦਾ। ਹਾਂਜੀ ਤਸਵੀਰ ਜੀ, ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਟਿਕਰੀ ਬਾਰਡਰ ਤੇ ਮਨੁੱਖੀ ਹੱਕਾਂ ਲਈ ਲੜਨ ਵਾਲੇ ਲੋਕਾਂ ਦੀ ਯਾਦ ਵਿੱਚ ਜਾਂ ਉਹਨਾਂ ਦੀ ਸਪੋਰਟ ਵਿੱਚ ਇੱਕ ਸਮਾਗਮ ਕੀਤਾ ਗਿਆ ਸੀਗਾ, ਜਿਹਦੇ ਵਿੱਚ ਬਹੁਤ ਸਾਰੇ ਜਮਹੂਰੀਅਤ ਪਸੰਦ, ਅਗਾਂਹਵਧੂ, ਬੁੱਧੀਜੀਵੀ, ਇੰਟੈਲੈਕਚੁਅਲ ਜਿਹੜੇ ਹੈਗੇ ਸੀ, ਉਹਨਾਂ ਦੀ ਤਸਵੀਰਾਂ ਉੱਥੇ ਕਿਸਾਨਾਂ ਨੇ ਫੜੀਆਂ ਹੋਈਆਂ ਸੀਗੀਆਂ। ਇਸ ਗੱਲ ਤੇ ਸਰਕਾਰ ਨੇ ਬੜੀ ਚਿੰਤਾ ਜ਼ਾਹਰ ਕੀਤੀ ਕਿ ਜਿਹੜੇ ਲੋਕਾਂ ਨੂੰ UAPA ਦੇ ਤਹਿਤ ਜੇਲ੍ਹਾਂ ਵਿੱਚ ਡੱਕਿਆ ਹੋਇਆ ਵਾ, ਜਿਹਨਾਂ ਦੇ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਹੈਗੇ ਆ, ਇਹ ਕਿਸਾਨ ਜਿਹੜੇ ਆ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਉਹਨਾਂ ਦੀ ਸਪੋਰਟ ਕਰ ਰਹੇ ਆ, ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਆ। ਕਿੰਨੇ ਕੁ ਖਤਰਨਾਕ ਲੋਕ ਹੋ ਸਕਦੇ ਆ? ਇੱਕ ਬੰਦਾ ਜਿਹੜਾ ਬਿਮਾਰ ਹੈ, ਜਿਹੜਾ ਜਿਹਨੂੰ ਕਰੋਨਾ ਹੋਇਆ ਹੋਇਆ, ਜਿਹੜਾ ਟੈਸਟ ਵੀ ਨਹੀਂ ਕਰਵਾਇਆ ਜਾ ਰਿਹਾ, ਜਿਹਨੂੰ ਜਿਹੜਾ ਬੋਲਣ 'ਚ ਵੀ ਔਖਾ, ਉਹਨੂੰ ਬੋਲਣਾ ਔਖਾ ਹੋਇਆ, ਜਿਹਨੂੰ ਸੁਣਨਾ ਵੀ ਔਖਾ ਹੋਇਆ, ਉਹ ਦੇਸ਼ ਵਾਸਤੇ ਕਿੰਨਾ ਕੁ ਦੇਸ਼ ਧਰੋਹੀ ਦਾ ਉਹਦੇ ਤੇ ਮੁਕੱਦਮਾ ਚਲਾਇਆ ਜਾ ਸਕਦਾ ਜਾਂ ਕਿੰਨਾ ਕੁ ਦੇਸ਼ ਧਰੋਹੀ ਵਾਲਾ ਕੰਮ ਕਰ ਸਕਦਾ? ਇੱਕ ਬੜਾ ਵੱਡਾ ਸਵਾਲ ਹੈ ਸਾਡੇ ਸਮਾਜ ਵੱਲੋਂ ਮੌਜੂਦਾ ਸਰਕਾਰਾਂ ਨੂੰ, ਜਿਹੜੀਆਂ ਸਮਝਦੀਆਂ ਕਿ ਉਹ ਇੱਕ, ਮੰਨ ਲਓ ਕੋਈ ਸਰਕਾਰ ਹੈ, ਉਹਦਾ ਕੋਈ ਐਕਟ ਜਿਹੜਾ ਗਲਤ ਹੈ, ਫਾਰ ਐਗਜ਼ਾਮਪਲ ਕਿਸਾਨੀ ਅੰਦੋਲਨ ਚੱਲ ਰਿਹਾ, ਕਿਸਾਨੀ ਅੰਦੋਲਨ ਦੇ ਵਿੱਚ ਜੇ ਸਰਕਾਰ
ਕੋਈ ਵੀ ਵਿਅਕਤੀ ਜਿਹੜਾ ਉਹ ਕਹਿੰਦਾ ਵਾ ਕਿ ਸਰਕਾਰ ਨੇ ਇਹ ਜਿਹੜੇ ਕਾਨੂੰਨ ਬਣਾਏ ਆ ਇਹ ਕਾਲੇ ਆ, ਇਹਨਾਂ ਨੂੰ ਵਾਪਸ ਲਵੋ, ਤੇ ਉਹਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਸਰਕਾਰ ਤੇ ਕਿੰਤੂ ਪਰੰਤੂ ਤਾਂ ਕੀਤਾ ਜਾ ਸਕਦਾ, ਉਹਦੀ ਕਾਰਗੁਜ਼ਾਰੀ ਤੇ ਵੀ ਸਵਾਲ ਕੀਤੇ ਜਾ ਸਕਦੇ, ਪਰ ਉਹਦੇ ਸਵਾਲ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਕਹਿਣਾ ਇਹ ਕਿੱਥੋਂ ਤੱਕ ਵਾਜਬ ਆ? ਜਿੱਥੋਂ ਤੱਕ ਸਰਕਾਰਾਂ ਦਾ ਗੱਲ ਆ ਵੀ ਅਸੀਂ ਆਪਣੇ ਆਪ ਨੂੰ ਕਹਿੰਦੇ ਵੀ ਸਾਡੀ ਜਿਹੜੀ ਡੈਮੋਕ੍ਰੇਸੀ ਆ ਬਿਗੇਸਟ ਡੈਮੋਕ੍ਰੇਸੀ ਆ ਇਨ ਦਾ ਵਰਲਡ, ਔਰ ਉਸ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਸਪੇਨ ਸਵਾਮੀ ਜੀ ਹੈਗੇ ਆ, ਉੱਥੇ ਪ੍ਰੋਫੈਸਰ GN ਸਾਈ ਬਾਬਾ ਜਿਹੜੇ 80% ਜਿਹੜੇ ਹੈਗੇ ਆ ਉਹ ਆਪਣਾ ਕੰਮ ਨਹੀਂ, ਵੀਲ ਚੇਅਰ ਦੇ ਉੱਪਰ ਹੈਗੇ, ਆਪਣਾ ਕੰਮ ਨਹੀਂ ਕਰ ਸਕਦੇ, ਉਹ ਬਿਮਾਰ ਆ, ਹੈਨਾ। ਤੇ ਸਾਡੇ 80-82 ਸਾਲ ਦੇ ਬਰਬਰਾ ਰਾਓ ਜੀ ਆ, ਉਹਨਾਂ ਦੀ ਹਾਲਤ ਜਿਹੜੀ ਹੈਗੀ ਆ ਉਹ ਵੀ ਬਹੁਤੀ ਠੀਕ ਨਹੀਂ ਹੈਗੀ। ਗੌਤਮ ਨੌਲੱਖਾ ਜੀ ਦੀ ਠੀਕ ਨਹੀਂ ਹੈਗੀ। ਆਨੰਦ ਤੇਲ ਤੁੰਬੜੇ ਜੀ ਆ, ਉਹਨਾਂ ਦੀ ਵਾਈਫ ਨੇ ਵੀ ਪਿੱਛੇ ਜਿਹੇ ਐਪਲੀਕੇਸ਼ਨ ਕੀਤੀ ਸੀ ਕਿ ਉਹਨਾਂ ਦੀ ਸਿਹਤ ਖਰਾਬ ਆ। ਸੋ ਇਹ ਲੋਕ ਜਿਹੜੇ ਹੈਗੇ ਆ, ਜਿਹੜੇ ਸਰੀਰਕ ਤੌਰ ਤੇ ਠੀਕ ਤਰ੍ਹਾਂ ਦੇ ਨਾਲ ਆਪਣੇ ਕੰਮ ਵੀ ਨਹੀਂ ਕਰ ਸਕਦੇ, ਉਹਨਾਂ ਨੂੰ ਜਮਹੂਰੀਅਤ ਨੂੰ, ਉਹਨਾਂ ਤੋਂ ਸਰਕਾਰ ਨੂੰ ਖਤਰਾ ਆ। ਇਹ ਤਾਂ ਸੋਚਣ ਵਾਲੀ ਗੱਲ ਹੈਗੀ ਕਿ ਸਾਡੀ ਸਰਕਾਰ ਜਿਹੜੀ ਹੈਗੀ ਆ ਉਹ ਕਰ ਕੀ ਰਹੀ ਆ, ਸਾਡੇ ਸਾਹਮਣੇ ਆਉਂਦਾ ਹੈ। ਦੂਸਰੀ ਗੱਲ ਜਿਹੜੀ ਹੈਗੀ ਆ, ਕਿਸਾਨ ਅੰਦੋਲਨ ਦੇ ਵਿੱਚ ਜਦੋਂ ਇਹਨਾਂ ਬੁੱਧੀਜੀਵੀਆਂ ਦੀਆਂ ਫੋਟੋ ਲੱਗੀਆਂ, ਉਸ ਵੇਲੇ ਉਹਨਾਂ ਨੇ ਉਦਾਂ ਨਹੀਂ ਲਾਈਆਂ, ਉਸ ਦਿਨ ਹਿਊਮਨ ਰਾਈਟਸ ਦਾ ਜਿਹੜਾ ਦਿਨ ਸੀਗਾ ਜਿਹਦੇ ਤੇ ਲਾਈਆਂ ਸੀਗੀਆਂ। ਤੇ ਜਿੱਥੋਂ ਤੱਕ ਸਰਕਾਰ ਆ, ਜਿਹੜੇ ਇਹ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਬਿੱਲ ਆ, ਜਿੰਨੇ ਕਿਸਾਨ ਵਿਰੋਧੀ ਉਨੇ ਹੀ ਇਹ ਮਜ਼ਦੂਰ ਵਿਰੋਧੀ ਬਿੱਲ ਹੈਗੇ ਆ, ਜਦੋਂ ਉਹਨਾਂ ਦਾ ਸਰਕਾਰ ਨੇ ਜ਼ੋਰ ਲਾ ਲਿਆ ਪਹਿਲਾਂ ਇਹ ਕਹਿਣ ਦੇ ਵਿੱਚ ਕਿ ਇਹ ਬਹੁਤ ਫਾਇਦੇਮੰਦ ਹੈਗੇ ਆ, ਕਿਸਾਨਾਂ ਨੂੰ ਸਮਝ ਨਹੀਂ ਆਏ। ਜਦੋਂ ਕਿਸਾਨਾਂ ਨੇ ਕੱਲੀ ਧਾਰਾ ਜਿਹੜੀ ਸਮਝਾ ਕੇ ਦੱਸਿਆ ਕਿ ਇਹ ਸਾਡੇ ਫਾਇਦੇ ਵਿੱਚ ਨਹੀਂ ਹੈਗੇ, ਤਾਂ ਉਸ ਵੇਲੇ ਸਰਕਾਰ ਨੇ ਉਹਨਾਂ ਨਾਲ ਮੀਟਿੰਗਾਂ ਕਰਕੇ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਹ ਬਿੱਲ ਜਿਹੜੇ ਹੈਗੇ ਆ ਇਹਨਾਂ ਦੇ ਕਿੰਨਾ ਕਰ ਦਿੰਦੇ, ਚੇਂਜ ਕਰ ਦਿੰਦੇ ਆ, ਪਰ ਰੱਦ ਕਰਨੇ ਨੂੰ ਨਹੀਂ ਮੰਨੇ, ਕਿਉਂਕਿ ਉਹ ਆਪਣੀ ਹੈਂਕੜ ਜਿਹੜੀ ਹੈਗੀ ਆ ਉਹਨੂੰ ਨਹੀਂ ਸੀ ਘਟਾਉਣਾ ਚਾਹੁੰਦੇ ਵੀ ਅਸੀਂ ਝੁਕ ਗਏ ਆ। ਇਸ ਕਰਕੇ ਇਹ ਸਰਕਾਰ ਨੇ ਜਿਹੜੇ ਹੈਗੇ ਬਿੱਲ ਜਿਹੜੇ ਆ ਉਹ ਮਾਫ ਨਹੀਂ ਕਰ ਰਹੀ। ਤੇ ਜਿੱਥੋਂ ਤੱਕ ਸਰਕਾਰ ਦਾ ਕਿਸਾਨਾਂ ਨੂੰ ਦੇਸ਼ ਧਰੋਹੀ ਜੱਤਵਾਦੀ ਕਹਿਣਾ, ਤੇ ਜਿਹੜਾ ਵੀ ਸਰਕਾਰ ਨੂੰ ਸਵਾਲ ਕਰਤਾ, ਕਿਉਂਕਿ ਅਸੀਂ ਕਹਿੰਦੇ ਤਾਂ ਹੈਗੇ ਆ ਵੀ ਡੈਮੋਕ੍ਰੇਸੀ ਵਿੱਚ ਬੋਲਣ ਦਾ ਅਧਿਕਾਰ ਹੈ, ਹੈਨਾ, ਵੀ ਫॉर ਦਾ ਪੀਪਲ ਟੂ ਦਾ ਪੀਪਲ, ਹੈਨਾ। ਪ੍ਰੈਕਟੀਕਲੀ ਜਿਹੜੀਆਂ ਵੀ ਸਰਕਾਰਾਂ ਆ, ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਉਹਨੇ ਵੀ ਆਦੀਵਾਸੀਆਂ ਤੇ ਪ੍ਰੋਫੈਸਰ ਜਦੋਂ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਦੀ ਸਰਕਾਰ ਸੀਗੀ, ਉਹਨਾਂ ਵੀ ਜਿਹੜੀਆਂ ਹੈਗੀਆਂ ਆ ਵੱਖ-ਵੱਖ ਸਮਿਆਂ ਤੇ ਆਦੀਵਾਸੀਆਂ ਦੇ ਬਹੁਤ ਅਤਿਆਚਾਰ ਢਾਏ, ਚਾਹੇ ਉਹ ਗ੍ਰੀਨ ਹੰਟ ਹੋਵੇ, ਚਾਹੇ ਕੋਬਰਾ ਗ੍ਰੀਨ ਹੰਟ ਹੋਵੇ, ਹੋਰ ਕਿੰਨੇ ਹੀ ਜਿਹੜੇ ਹੈਗੇ ਆ ਉਹਨਾਂ ਨੇ ਕੀਤੇ। ਤੇ ਦੂਸਰਾ, ਅੱਜ ਮੈਂ ਬਹੁਤ ਵਾਰੀ ਫੇਸਬੁੱਕ ਤੇ ਦੇਖਦੀ ਹੁੰਨੀ ਆ ਤੇ ਮਨਮੋਹਨ ਸਿੰਘ ਜੀ ਦੀ ਫੋਟੋ ਪਾ ਕੇ ਕਹਿਣਗੇ ਵੀ ਆ ਜਦੋਂ ਸਰਦਾਰ ਹੁੰਦਾ ਸੀ ਉਸ ਵੇਲੇ ਬਹੁਤ ਚੰਗਾ ਹੁੰਦਾ ਸੀ। ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ ਆ ਕਿ ਇਹ ਜਿਹੜੀਆਂ ਨੀਤੀਆਂ ਆ, ਸਮਝੌਤੇ ਜਿਹੜੇ ਹੈਗੇ ਆ, ਇਹ ਸਮਝੌਤੇ ਇਹ ਕਾਂਗਰਸ ਦੀ ਸਰਕਾਰ ਵੇਲੇ ਤੋਂ ਹੀ ਚਲੇ ਆਉਂਦੇ ਆ, ਹਨਾ। ਸੋ ਇਸ ਕਰਕੇ ਜਿਹੜੀਆਂ ਵੀ ਸਰਕਾਰਾਂ ਹੈਗੀਆਂ, ਸਮੇਂ ਦੀਆਂ ਸਰਕਾਰਾਂ, ਉਹ ਲੋਕ ਵਿਰੋਧੀ ਜਿਹੜੇ ਆ ਕਾਨੂੰਨ ਉਹ ਪਾਸ ਕਰਦੀਆਂ ਆਈਆਂ। ਤੇ ਅੱਜ ਦੀ ਜਿਹੜੀ ਸਰਕਾਰ ਆ, ਇਹ ਤਾਂ ਸਗੋਂ ਕਿਉਂਕਿ ਇੱਕ ਪਾਰਟੀ ਨੂੰ ਬਹੁਮਤ ਮਿਲਿਆ ਹੋਇਆ ਆ, ਤੇ ਉਹ ਜਿਹੜੇ ਸਰਕਾਰ ਦਾ ਖਾਕਾ ਵੀ ਉਹ ਫਾਸ਼ੀਵਾਦੀ ਆ, ਫਿਰਕੂਵਾਦੀ ਆ, ਇਸ ਕਰਕੇ ਉਹ ਆਪਣੀਆਂ ਮਨਮਾਨੀਆਂ ਕਰ ਰਹੀ ਆ, ਚਾਹੇ ਉਹ ਧਾਰਾ 370 ਦੀ ਗੱਲ ਹੋਵੇ, ਚਾਹੇ ਉਹ 3 ਕਾਨੂੰਨਾਂ ਦੀ ਗੱਲ ਹੋਵੇ, ਚਾਹੇ ਉਹ CAA ਦੀ ਗੱਲ ਹੋਵੇ। ਸੋ ਜਿਹੜੀਆਂ ਸਰਕਾਰਾਂ ਹੈਗੀਆਂ ਆ, ਇਹ ਲੋਕ ਵਿਰੋਧੀ ਸਰਕਾਰਾਂ ਆ। ਚਿਹਰਾ ਕੋਈ ਵੀ ਹੋ ਸਕਦਾ ਜੀ, ਉਹਨਾਂ ਦਾ ਖਾਸਾ ਇੱਕੋ ਹੀ ਹੈ। ਹਾਂਜੀ। ਇੱਕ ਮੈਂ ਜਿਹੜੇ ਆਮ ਤੌਰ ਤੇ ਆਦੀਵਾਸੀਆਂ ਨੂੰ ਕਿਹਾ ਜਾਂਦਾ ਜੀ ਵੀ ਇਹ ਆਦੀਵਾਸੀ ਜਿਹੜੇ ਆ, ਅਸੀਂ ਲੋਕ ਸਮਝਦੇ ਚੰਗੀ ਤਰ੍ਹਾਂ, ਪਤਾ ਸਰਕਾਰਾਂ ਨੂੰ ਵੀ ਆ, ਅਗਾਂਹ ਤਾਂ ਇਸ ਗੱਲ ਦੇ ਪੂਰਾ ਜ਼ੋਰ ਲਾ ਕੇ ਸਰਕਾਰ ਨੂੰ ਸਮਝਾਉਣ ਦੇ ਲਈ ਜਾਂ ਆਮ ਲੋਕਾਂ ਨੂੰ, ਦੁਨੀਆ ਨੂੰ ਦੱਸਣ ਦੇ ਲਈ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਕਿ ਆਦੀਵਾਸੀ ਜਿਹੜੇ ਆ ਉਹ ਜਲ ਜੰਗਲ ਜ਼ਮੀਨ ਤੇ ਸਮਝਦੇ ਆ ਕਿ ਸਾਡਾ ਹੱਕ ਹੈ, ਔਰ ਇਹ ਅਸੀਂ ਇਹਦੇ ਮਾਲਕ ਹਾਂ, ਸਾਨੂੰ ਇੱਥੇ ਆਪਦੀ ਮਰਜ਼ੀ ਨਾਲ ਰਹਿਣ ਸਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਸਾਡਾ ਇਹ ਜਮਹੂਰੀ ਹੱਕ ਹੈ। ਪਿਛਲੇ ਦੀ ਇੱਕ ਘਟਨਾ ਜਸਵੀਰ ਜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਇਹ ਸੀਗੀ ਕਿ ਭਾਰਤ ਸਰਕਾਰ ਦੇ ਵੱਲੋਂ ਇਹ ਆਦੀਵਾਸੀਆਂ ਉੱਤੇ ਅਚਨਚੇਤੀ ਹਮਲਾ ਕੀਤਾ ਗਿਆ, ਬਹੁਤ ਸਾਰੇ ਆਦੀਵਾਸੀ ਮਾਰੇ ਗਏ, ਪਰ ਆਦੀਵਾਸੀਆਂ ਨੇ ਵੀ ਅੱਗੋਂ ਮੁਕਾਬਲਾ ਜਿਹੜਾ ਸੀ ਪੂਰੇ ਜ਼ੋਰ ਨਾਲ ਕੀਤਾ, ਔਰ ਬਹੁਤ ਸਾਰੇ ਜਿਹੜੇ ਸੀ ਸੁਰੱਖਿਆ ਅਮਲੇ ਦੇ ਲੋਕ ਉਹ ਵੀ ਉੱਥੇ ਮਰੇ।
ਚਲੋ ਉਹ ਸਾਡਾ ਦੇਸ਼ ਹੈ, ਉਹ ਉਸ ਧਿਰ ਦੇ ਮਰੇ ਜਾਂ ਉਸ ਧਿਰ ਦੇ ਮਰੇ, ਹੈ ਤਾਂ ਉਸ ਧਰਤੀ ਤੇ ਜਾਏ ਹੈ ਨਾ ਜੀ। ਔਰ ਉਹ ਕਿਹੜੀ ਮਜਬੂਰੀ ਨੂੰ ਸਰਕਾਰੀ ਪੱਖ ਵਿੱਚ ਖਲੋ ਕੇ ਆਪਦੇ ਰੁਜ਼ਗਾਰ ਦੇ ਖਾਤਰ ਉਹਨਾਂ ਨੇ ਆਦੀਵਾਸੀਆਂ ਉੱਤੇ ਹਮਲਾ ਕੀਤਾ। ਪਰ ਆਦੀਵਾਸੀਆਂ ਨੇ ਦੇਖੋ ਕਿੰਨਾ ਵਧੀਆ ਸਬੂਤ ਦਿੱਤਾ ਇਨਸਾਨੀਅਤ ਦਾ। ਉਹਨਾਂ ਨੇ ਜਦੋਂ ਇੱਕ ਜਿਉਂਦਾ ਫੌਜੀ ਫੜ ਲਿਆ ਤੇ ਉਹਦੀ ਬੇਟੀ ਵੱਲੋਂ ਜੰਮੂ ਕਸ਼ਮੀਰ 'ਚ, ਉਹ ਜੰਮੂ ਕਸ਼ਮੀਰ ਨਾਲ ਸੰਬੰਧਿਤ ਸੀਗਾ ਉਹ ਫੌਜੀ, ਉਹਦੀ ਬੇਟੀ ਵੱਲੋਂ ਅਪੀਲ ਕਰਨ ਤੇ ਕਿ ਮੇਰੇ ਪਾਪਾ ਨੂੰ ਛੱਡ ਦਿਓ, ਤੇ ਆਦੀਵਾਸੀਆਂ ਨੇ ਸਰਕਾਰ ਨੂੰ ਸੁਨੇਹਾ ਭੇਜਿਆ ਕਿ ਹਾਂ ਸਾਡੇ ਕੋਲ ਤੁਹਾਡਾ ਬੰਦਾ ਹੈਗਾ, ਅਸੀਂ ਇਹਨੂੰ ਛੱਡਣਾ ਚਾਹੁੰਦੇ ਹਾਂ, ਤੁਸੀਂ ਲੈ ਜਾਓ। ਇਹ ਆਦੀਵਾਸੀਆਂ ਨੇ ਆਪਣਾ ਕਰੈਕਟਰ ਜਿਹੜਾ ਸੀ ਉਹ ਦੱਸਿਆ। ਸਰਕਾਰਾਂ ਜਿਹੜੀਆਂ ਉਹਨਾਂ ਨੇ ਕਦੀ ਇਦਾਂ ਦਾ ਕਰੈਕਟਰ ਨਹੀਂ ਦੱਸਿਆ। ਉਹਨਾਂ ਨੇ ਜੇ ਕੋਈ ਜਮਹੂਰੀ ਪਸੰਦ, ਕੋਈ ਲੋਕ ਪੱਖੀ ਗੱਲ ਕਰਨ ਵਾਲਾ ਬੁੱਧੀਜੀਵੀ, ਕੋਈ ਅਗਾਂਹਵਧੂ ਲੇਖਕ ਕਾਰਕੁਨ ਜਿਹੜਾ ਕਦੀ ਫੜ ਲਿਆ, ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਵੀ ਜੇਲ੍ਹ 'ਚ ਹੁਣ ਉਹਦੀ ਲਾਸ਼ ਹੀ ਜਾਵੇ, ਇਹ ਜਿਉਂਦੇ ਜੀ ਆਪਦੇ ਘਰ ਕਿਉਂ ਚਲੇ ਜਾਵੇ ਜਾਂ ਆਪਦੇ ਲੋਕਾਂ ਦੇ ਕੋਲ ਕਿਉਂ ਚਲੇ ਜਾਵੇ। ਇਸ ਤਰੀਕੇ ਦਾ ਜਿਹੜਾ ਇਹ ਘਟਨਾਕ੍ਰਮ ਖਾਸ ਕਰਕੇ ਇੰਡੀਆ 'ਚ ਚੱਲ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਐਕਚੁਅਲੀ ਜਿਹੜਾ ਜਲ, ਜੰਗਲ ਤੇ ਜ਼ਮੀਨ ਜਿਹੜਾ ਆਦੀਵਾਸੀਆਂ ਦਾ ਸੰਵਿਧਾਨਕ ਹੱਕ ਆ। ਜਿਹੜੇ ਵੀ ਕਾਰਪੋਰੇਟ ਘਰਾਣੇ ਸਰਕਾਰ ਦੀ ਮਦਦ ਦੇ ਨਾਲ ਉੱਥੇ ਪਹੁੰਚ ਕੇ ਉਹਨਾਂ ਦੇ ਕੁਦਰਤੀ ਖਜ਼ਾਨਿਆਂ ਨੂੰ ਲੁੱਟਣਾ ਚਾਹੁੰਦੇ ਆ, ਤੇ ਸਰਕਾਰ ਜਿਹੜੀ ਹੈਗੀ ਆ ਉਹ ਕਦੇ ਸਲਮਾ ਜੁੰਡਬ ਰਾਹੀਂ, ਕਦੇ ਰਣਵੀਰ ਸੈਨਾ ਰਾਹੀਂ, ਤੇ ਕਦੇ ਸਰਕਾਰੀ ਦਹਿਸ਼ਤ ਰਾਹੀਂ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ। ਉਹਨਾਂ ਤੇ ਬਹੁਤ ਸਾਰੀਆਂ ਆਦੀਵਾਸੀ ਔਰਤਾਂ ਆ, ਉਹਨਾਂ ਤੇ ਮਤਲਬ ਕਿ ਬਹੁਤ ਜ਼ੁਲਮ ਢਾਏ ਜਾਂਦੇ, ਉਹਨਾਂ ਦੇ ਨਾਲ ਬਲਾਤਕਾਰ ਕੀਤੇ ਜਾਂਦੇ ਆ। ਆਪਾਂ ਸੋਨੀ ਸੋਰੀ ਦੀ ਐਗਜ਼ਾਮਪਲ ਦੇਖਦੇ ਆ ਕਿ ਉਸ ਔਰਤ ਦੇ ਨਾਲ ਕਿੱਦਾਂ ਉਹ ਤਸ਼ੱਦਦ ਉਹਨਾਂ ਤੇ ਕੀਤੇ ਗਏ, ਔਰ ਉਹ ਤੇ ਤਸ਼ੱਦਦ ਕਰਨੇ ਵਾਲਾ ਜਿਹੜਾ ਅੰਕਿਤ ਗਰਗ ਸੀਗਾ, ਜਿਹੜਾ ਪੁਲਿਸ ਆਫੀਸਰ ਸੀਗਾ, ਉਸ ਬੰਦੇ ਨੂੰ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ 26 ਜਨਵਰੀ ਨੂੰ। ਠੀਕ ਹੈ ਨਾ। ਸੋ ਇਹ ਜਿਹੜਾ ਸਿਸਟਮ ਹੈਗਾ ਆ, ਜਿਹੜੀ ਸਰਕਾਰ ਆ, ਚਾਹੇ ਉਹ ਕੋਈ ਵੀ ਸਰਕਾਰ ਹੈਗੀ, ਜਿਹੜੀ ਸਵਾਲ ਕਰਦੀ ਆ, ਜਦੋਂ ਸਰਕਾਰ ਨੂੰ ਕੋਈ ਵੀ ਕੁਐਸਚਨ ਕਰਦਾ, ਉਹ ਸਰਕਾਰ ਦਾ ਵਿਰੋਧੀ ਆ, ਉਹ ਦੇਸ਼ ਧਰੋਹੀ ਆ। ਚਾਹੇ ਉਹ ਡਾਕਟਰ ਵਿਨਾਇਕ ਸੇਨ ਹੋਵੇ, ਚਾਹੇ ਸਟੇਨ ਸਵਾਮੀ ਹੋਵੇ, ਤੇ ਜਾਂ ਬਾਬਾ ਬੁੱਝਾ ਸਿੰਘ ਹੋਣ। 83 ਸਾਲ ਦੇ ਬਾਬਾ ਬੁੱਝਾ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦੇਣਾ, ਤੇ ਦਰਸ਼ਨ ਸਿੰਘ ਦੋਸਾਂਝ ਵਰਗੇ ਨੌਜਵਾਨ ਨੂੰ ਇੰਨਾ ਕੁੱਟ ਦੇਣਾ ਕਿ ਉਹਨਾਂ ਦੀਆਂ ਲੱਤਾਂ ਚੂਰ ਕਰ ਦੇਣੀਆਂ, ਉਹਨਾਂ ਨੂੰ ਇੱਕ ਹਾਲਤ ਦੇ ਵਿੱਚ ਮਾਨੇ ਵਰਗਾ ਹੀ ਕਰ ਦੇਣਾ। ਇਹ ਸਿਸਟਮ ਡਰਦਾ ਆ ਜਿਹੜੇ ਲੋਕ ਵੀ ਉਹਨਾਂ ਤੋਂ ਸਵਾਲ ਕਰਦੇ ਆ, ਤੇ ਉਹ ਫਿਰ ਇੰਨੀ ਬੁਰੀ ਤਰ੍ਹਾਂ ਤਸ਼ੱਦਦ ਕਰਦਾ ਆ ਕਿ ਸ਼ਾਇਦ ਲੋਕ ਜਿਹੜੇ ਹੈਗੇ ਆ ਉਹ ਚੁੱਪ ਕਰ ਜਾਣਗੇ, ਲੋਕ ਡਰ ਜਾਣਗੇ, ਲੋਕ ਸਹਿਮ ਜਾਣਗੇ। ਉਹ ਚਾਹੇ ਕਿਸੇ ਵੀ ਅੰਦੋਲਨ ਦੇ ਵਿੱਚ ਜਦੋਂ ਲੋਕ ਲੜਦੇ ਆ, ਸਰਕਾਰ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਆ। ਸਟੇਨ ਸਵਾਮੀ ਨੂੰ ਵੀ ਕਤਲ ਕਰਨਾ, ਇਹ ਐਕਚੁਅਲੀ ਇੱਕ 83 ਸਾਲ ਦੇ ਬਜ਼ੁਰਗ ਦਾ ਕਤਲ ਨਹੀਂ, ਇੱਕ ਸੋਚ ਦਾ ਕਤਲ ਕਰਨੇ ਦੀ ਕੋਸ਼ਿਸ਼ ਕਰ ਰਹੇ ਆ। ਔਰ ਇਸ ਗੱਲ ਦੇ ਭੁਲੇਖੇ ਵਿੱਚ ਹੁੰਦੇ ਹੋਏ ਕਿ ਸੋਚ ਜਿਹੜੀ ਕਦੇ ਕਤਲ ਨਹੀਂ ਹੁੰਦੀ, ਨਾ ਬਾਬਾ ਬੁੱਝਾ ਸਿੰਘ ਤੋਂ ਬਾਅਦ ਹੋਈ, ਤੇ ਨਾ ਦਰਸ਼ਨ ਦੋਸਾਂਝ ਤੋਂ ਬਾਅਦ ਹੋਈ ਆ, ਤੇ ਨਾ ਸਟੇਨ ਸਵਾਮੀ ਤੋਂ ਬਾਅਦ ਹੋਵੇਗੀ। ਮੈਂ ਤੁਹਾਡੀ ਗੱਲ 'ਚ ਇੱਕ ਐਡੀਸ਼ਨ ਕਰਨੀ ਚਾਹੁੰਦਾ ਜੀ। ਅਸੀਂ ਗੱਲ ਕਰਦੇ ਸੀਗੇ ਇੰਦਰਾ ਗਾਂਧੀ ਦੇ ਫਾਸ਼ੀਵਾਦ ਦੀ, ਅਸੀਂ ਗੱਲ ਕਰਦੇ ਸੀ। ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਸਰਕਾਰ ਵੇਲੇ ਜੋ ਜ਼ੁਲਮ ਹੋਏ ਆ, ਤੇ ਜਾਂ ਹੁਣ ਜੋ ਹੋ ਰਹੇ ਆ ਮੋਦੀ ਸਾਹਿਬ ਵੇਲੇ, ਇਹ ਬਾਬਾ ਬੁੱਝਾ ਸਿੰਘ ਦਾ ਕਤਲ ਜਦੋਂ ਜੀ ਉਹ ਹੋਇਆ, 85 ਸਾਲ ਦੀ ਉਮਰ ਸੀ ਇਹਨਾਂ ਦੀ ਉਸ ਵੇਲੇ, ਤੇ ਉਹ ਸਰਕਾਰ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸੀ। ਹਾਂਜੀ। ਜਦੋਂ ਦਰਸ਼ਨ ਦੋਸਾਂਝ ਨੂੰ ਗੋਲੀਆਂ ਮਾਰੀਆਂ ਗਈਆਂ, ਉਹਨੂੰ ਲੱਤ ਕੱਟਣੀ ਪੈ ਗਈ, ਔਰ ਉਹ ਲੱਤ ਵੀ ਜਿਸ ਤਰੀਕੇ ਨਾਲ ਕੱਟੀ ਉਹ ਅਸੀਂ ਸਾਰੇ ਜਾਣਦੇ ਹਾਂ। ਤੇ ਉਹ ਆਪਦੀ ਇੱਕ ਲੱਤ ਦੇ ਸਹਾਰੇ ਪੂਰੀ ਜ਼ਿੰਦਗੀ ਜਿਹੜੀ ਉਹਨਾਂ ਨੇ ਗੁਜ਼ਾਰੀ, ਔਰ ਉਹਨਾਂ ਨੇ ਆਪਦਾ ਸੰਘਰਸ਼ ਜਿਹੜਾ ਉਹ ਆਖਰੀ ਦਮ ਤੱਕ ਲੜਿਆ। ਮੈਂ ਡਾਕਟਰ ਜਿਹੜੇ ਦਰਸ਼ਨ ਦੋਸਾਂਝ ਹੋਏ, ਉਹਨਾਂ ਨੂੰ ਵੇਖਣ ਵਾਸਤੇ ਅੰਮ੍ਰਿਤਸਰ ਦੇ ਇੱਕ ਹਸਪੀਟਲ 'ਚ ਖੁਦ ਗਿਆ ਸੀ। ਉਹਨਾਂ ਦੀ ਭੈਣ ਨੂੰ ਵੀ ਮਿਲਿਆ, ਭੈਣ ਮਹਿੰਦਰ ਕੌਰ ਜਿਹੜੇ ਸ਼ਹਿਰ, ਤੇ ਉਹ ਬਹਾਦਰ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਸਗੋਂ ਜਮਹੂਰੀਅਤ ਦੇ ਲਈ, ਲੋਕ ਪੱਖੀ ਜਿਹੜੀ ਲਹਿਰ ਦੇ ਲਈ ਉਹ ਲੜਦੇ ਸ਼ਹੀਦ ਹੋਏ ਆ। ਦਰਸ਼ਨ ਦੋਸਾਂਝ ਨੂੰ ਵੀ ਸ਼ਹੀਦ ਹੀ ਕਿਹਾ ਜਾਣਾ ਚਾਹੀਦਾ। ਬਾਬਾ ਬੁੱਝਾ ਸਿੰਘ ਸ਼ਹੀਦ ਹੋਏ ਆ,
ਸੋ ਸਮੇਂ ਦੀਆਂ ਸਰਕਾਰਾਂ, ਉਹਨਾਂ ਦਾ ਰੂਪ ਕੋਈ ਵੀ ਹੋਵੇ, ਚਿਹਰਾ ਕੋਈ ਵੀ ਹੋਵੇ, ਨਾਂ ਕੋਈ ਵੀ ਹੋਵੇ, ਉਹਨਾਂ ਨੇ ਜਮਹੂਰੀਅਤ ਪਸੰਦ ਲੋਕਾਂ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਨੇ ਸਟੈਨ ਸਵਾਮੀ ਨੂੰ ਵੀ ਖਤਮ ਕੀਤਾ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ। ਤਾਂਹੀਓ ਅਸੀਂ ਜੇ ਦਰਸ਼ਨ ਸਾਈਂ ਨੂੰ ਸ਼ਹੀਦ ਕਹਿੰਦੇ ਆ ਤੇ ਸਟੈਨ ਸਵਾਮੀ ਨੂੰ ਵੀ ਸ਼ਹੀਦ ਹੀ ਕਹਿੰਦੇ ਆ, ਉਹਨਾਂ ਨੂੰ ਸ਼ਹੀਦ ਦਾ ਰੁਤਬਾ ਦੇਣਾ ਚਾਹੀਦਾ। ਹਾਂਜੀ ਬਿਲਕੁਲ ਜੀ। ਤੇ ਕਿਉਂਕਿ ਜਿਹੜਾ ਵੀ ਬੰਦਾ ਜ਼ੁਲਮ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ ਆ, ਉਹ ਸਰਕਾਰਾਂ ਦੀ ਨਜ਼ਰ ਵਿੱਚ ਹਮੇਸ਼ਾ ਬਾਗੀ ਹੁੰਦਾ ਆ। ਸੋ ਜਦੋਂ ਜ਼ੁਲਮ ਸਰਕਾਰ ਦੇ ਵੱਧ ਜਾਂਦੇ ਆ, ਫਿਰ ਸਟੈਨ ਸਵਾਮੀ ਵਰਗੇ ਲੋਕ ਜਿਹੜੇ ਹੈਗੇ ਆ, ਉਹ ਚਾਹੇ ਉਹ ਜੇਲ੍ਹਾਂ ਦੇ ਵਿੱਚ ਸੜਦੇ ਲੋਕ ਹੋਣ। ਉਹਨਾਂ ਨੇ 2010 ਦੇ ਵਿੱਚ ਇੱਕ ਕਿਤਾਬ ਲਿਖੀ ਸੀਗੀ, ਜੇਲ੍ਹ ਮੇਂ ਬੰਦ ਕੈਦੀਆਂ ਕੀ ਗਾਥਾ। ਸੋ ਉਹਨਾਂ ਦੀ ਜਿਹੜੀ ਕਿਤਾਬ ਸੀ, ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ 97% ਲੋਕ, ਮਤਲਬ ਮੈਂ ਪਹਿਲਾਂ ਦੱਸ ਦੇਵਾਂ ਕਿ ਜੇਲ੍ਹਾਂ ਦੇ ਵਿੱਚ ਆਮ ਤੌਰ ਤੇ ਮੁਸਲਮਾਨ, ਆਦੀਵਾਸੀ ਤੇ ਦਲਿਤ ਬੰਦੇ ਆ। ਉਹਨਾਂ ਦੇ ਵਿੱਚੋਂ 97% ਜਿਹੜੇ ਲੋਕ ਹੈਗੇ ਆ, ਉਹ ਇਹਨਾਂ ਕਮਿਊਨਿਟੀਆਂ ਦੇ ਵਿੱਚੋਂ ਹੀ ਆ। ਤੇ 98% ਦੇ ਉੱਪਰ ਝੂਠੇ ਜਿਹੜੇ ਕੇਸ ਆ ਉਹ ਪਾਏ ਗਏ ਆ। 98% ਦੇ ਜਿਹੜੇ ਕੇਸ ਆ ਉਹ ਝੂਠੇ ਪਾਏ ਆ। ਉਹਨਾਂ ਨੇ ਇਨਵੈਸਟੀਗੇਸ਼ਨ ਕੀਤਾ ਸੀ, ਜਿਹੜੀ ਇਹ ਕਿਤਾਬ ਉਹਨਾਂ ਨੇ ਲਿਖੀ ਸੀ। ਹਾਂਜੀ ਹਾਂਜੀ, ਸਾਬਤ ਨਹੀਂ ਹੋ ਰਹੇ। ਤੇ ਜਿਹੜੇ ਉਹਨਾਂ ਦੇ ਵਿੱਚੋਂ 97% ਲੋਕ ਹੈਗੇ ਆ ਜਿਨ੍ਹਾਂ ਦੀ ਆਮਦਨ 5000 ਰੁਪਏ ਆ, ਜਿਹਦੇ ਕਰਕੇ ਉਹ ਵਕੀਲ ਅਫੋਰਡ ਨਹੀਂ ਕਰ ਸਕਦੇ। ਤੇ 59% ਲੋਕ ਉਹ ਆ ਜਿਨ੍ਹਾਂ ਦੀ ਕੀਮਤ, ਜਿਹੜੀ ਆਮਦਨ ਆ, ਉਹ 3000 ਤੋਂ ਵੀ ਘੱਟ ਆ। ਸੋ 5000 ਰੁਪਇਆ ਕਮਾਉਣ ਵਾਲਾ ਤੇ 3000 ਰੁਪਇਆ ਮਹੀਨੇ ਦਾ ਕਮਾਉਣ ਵਾਲਾ ਇੱਕ ਵਕੀਲ ਅਫੋਰਡ ਨਹੀਂ ਕਰ ਸਕਦਾ। ਜਿਸ ਕਰਕੇ ਜਿਹੜੇ ਵੀ ਬੰਦੇ ਤੇ ਜਿਹੜਾ ਵੀ ਬੰਦਾ ਸਰਕਾਰ ਨੂੰ ਸਵਾਲ ਕਰਦਾ, ਉਹਨੂੰ ਚੁੱਕ ਕੇ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਆ। ਤੇ ਉਹਨਾਂ ਦੀ ਬਿਨਾਂ ਸੁਣਵਾਈ ਤੇ ਉਹ ਜੇਲ੍ਹਾਂ ਵਿੱਚ ਹੀ ਸੜ ਮੜ ਜਾਂਦੇ ਆ। ਜਿਹਦਾ ਜਿਹੜਾ ਫਿਕਰ ਆ ਸਟੈਨ ਸਵਾਮੀ ਜੀ ਨੇ ਕੀਤਾ, ਜਿਹਦੇ ਕਰਕੇ ਉਹਨਾਂ ਨੇ ਜੇਲ੍ਹਾਂ 'ਚ ਜਾ ਕੇ ਇਨਵੈਸਟੀਗੇਸ਼ਨ ਕਰਵਾਏ, ਰਿਪੋਰਟਾਂ ਲਿਆ ਕੇ ਦਿੱਤੀਆਂ। ਤੇ ਇਹਦੇ ਕਰਕੇ ਹੀ ਜਿਹੜੀ ਹੈਗੀ ਆ NIA, ਜਿਹੜੀ ਹੈਗੀ ਆ ਸਾਡੀ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਆ, ਜਿਹਦੇ ਕਰਕੇ ਉਹਨੂੰ ਲੱਗਦਾ ਸੀ ਕਿ ਸਟੈਨ ਸਵਾਮੀ ਉਹਨਾਂ ਨੂੰ ਬਹੁਤ ਵੱਡਾ ਅੱਤਵਾਦੀ ਲੱਗਦਾ ਸੀ। ਜਿਹੜਾ ਬੰਦਾ ਆਪ ਕੁਛ ਕਰ ਵੀ ਨਹੀਂ ਸਕਦਾ, ਹੱਥ ਕੰਬਦੇ ਆ, ਸਿਰ ਹਿਲਦਾ ਆ, ਤੇ ਸੁਣ ਨਹੀਂ ਸਕਦੇ ਮਸ਼ੀਨ ਤੋਂ ਬਿਨਾਂ, ਠੀਕ ਆ। ਤੇ ਉਹ ਬੰਦੇ ਨੂੰ ਉਹਨਾਂ ਨੇ UAPA ਦੇ ਅਧੀਨ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਇਹ ਲੋਕ ਜੀ, ਤੁਸੀਂ ਦੇਖੋ ਅਦਾਲਤਾਂ ਦੀ ਗੱਲ ਅਸੀਂ ਕਰਦੇ ਹਾਂ ਤੇ ਸਟੈਨ ਸਵਾਮੀ ਨੂੰ ਜ਼ਮਾਨਤ ਤੇ ਰਿਹਾ ਕਰਨ ਤੋਂ ਵੀ ਅਦਾਲਤ ਨੇ ਕਿੰਨਾ ਟਾਈਮ ਲਾ ਦਿੱਤਾ। ਜਦੋਂ ਉਹਨਾਂ ਦੀ ਡੈਥ ਹੋਈ ਆ, ਉਸ ਤੋਂ ਦੂਜੇ ਦਿਨ, ਇੱਕ ਦਿਨ ਪਹਿਲਾਂ ਵੀ ਕੋਰਟ ਦੀ ਪ੍ਰੋਸੀਡਿੰਗ ਸੀ, ਉਦੋਂ ਜ਼ਮਾਨਤ ਅਜੇ ਪੈਂਡਿੰਗ ਰੱਖ ਲਈ ਅਦਾਲਤ ਨੇ। ਤੇ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਤਰੀਕ ਪਈ ਹੋਈ ਸੀਗੀ, ਤੇ ਉਦੋਂ ਉਹਨਾਂ ਦੇ ਵਕੀਲ ਨੇ ਜਾ ਕੇ ਇਹ ਦੱਸਿਆ ਕਿ ਜਿਸ ਦੀ ਜ਼ਮਾਨਤ ਵਾਸਤੇ ਮੈਂ ਦਰਖਾਸਤ ਇਹਨੇ ਟਾਈਮ ਤੋਂ ਕਰ ਰਿਹਾ, ਬੇਨਤੀ ਕਰ ਰਿਹਾ ਅਦਾਲਤ ਨੂੰ, ਤੁਸੀਂ ਇਹ ਤੇ ਗੌਰ ਹੀ ਨਹੀਂ ਕਰਦੇ, ਉਹ ਅੱਜ ਦੇ ਇਸ ਦੁਨੀਆ 'ਚ ਹੈ ਨਹੀਂ। ਅਦਾਲਤਾਂ ਵੀ ਕੀ ਕਰਦੀਆਂ ਹੈਗੀਆਂ, ਸਾਰੇ ਕੁਝ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹੈ। ਜਸਵੀਰ ਜੀ, ਤੁਸੀਂ ਸਮਾਂ ਕੱਢਿਆ ਔਰ ਸਟੈਨ ਸਵਾਮੀ ਦੀ ਲਾਈਫ ਬਾਰੇ, ਉਹਨਾਂ ਦੀ ਇਸ ਸ਼ਹਾਦਤ ਬਾਰੇ, ਤੇ ਜਿਹੜੇ ਬੁੱਧੀਜੀਵੀ ਇਸ ਸੰਘਰਸ਼ ਦੇ ਵਿੱਚ ਜੁਟੇ ਹੋਏ ਆ, ਉਹਨਾਂ ਦੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਹੈ। ਵਾਇਸ ਆਫ ਇੰਡੀਆ ਵੱਲੋਂ ਤੁਹਾਡੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਨੈਕਸਟ ਟਾਈਮ ਕਿਸੇ ਹੋਰ ਟੌਪਿਕ ਤੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਵਾਇਸ ਆਫ ਇੰਡੀਆ ਦੇ ਸਰੋਤਿਆਂ ਦਾ ਵੀ ਧੰਨਵਾਦ।